ਜੈ ਮਸੀਹ ਦੀ ਭੈਣਾਂ ਤੇ ਭਰਾਵੋ, God bless you, ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। God bless you, brothers and sisters, all of you, mightily. ਮੈਂ ਵਿਸ਼ਵਾਸ ਕਰਦਾ ਹੈਗਾ ਕਿ ਅੱਜ ਦਾ ਵਚਨ ਆਪਣੇ ਸਾਰਿਆਂ ਦੇ ਵਾਸਤੇ ਬਹੁਤ And I ਬਰਕਤ believe that today's word is going to be a blessed one for all of us. ਕਿਉਂਕਿ ਇਹ ਸੱਚੇ ਪਰਮਾਤਮਾ ਦਾ Because ਵਚਨ this ਹੈ। is the living word of living God. ਕਿਸੇ ਨੇ ਆਖਿਆ ਆ Somebody said, ਇਹ ਬੜਾ ਜ਼ਰੂਰੀ ਨਹੀਂਗਾ ਵੀ ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ, ਇਹ ਬੜਾ ਜ਼ਰੂਰੀ ਆ ਕਿ ਤੁਸੀਂ ਕਿਸ ਤਰ੍ਹਾਂ ਖਤਮ somebody ਕੀਤਾ। said that it's not as important that how you started, but the most important thing is how you finish it. ਅਕਸਰ ਲੋਕ ਬਹੁਤ ਸਾਰੀਆਂ ਚੀਜ਼ਾਂ ਸ਼ੁਰੂ ਕਰ ਲੈਂਦੇ ਨੇ ਲੇਕਿਨ ਬਾਅਦ ਦੇ ਵਿੱਚ ਖਤਮ ਨਹੀਂ ਕਰ And a ਸਕਦੇ। lot of times people start lot of things, but at the end they are not able to finish it all. ਜੇ ਤੁਸੀਂ 1 ਜਨਵਰੀ ਨੂੰ ਜਾਓ ਬਾਹਰ ਗਰਾਊਂਡ ਦੇ ਵਿੱਚ ਘੁੰਮਣ ਫਿਰਨ ਵਾਸਤੇ ਤਾਂ ਤੁਸੀਂ ਦੇਖੋਗੇ ਉੱਥੇ ਮੇਬੀ 40 50 60 70 ਲੋਕ ਚੱਕਰ ਲਾ ਰਹੇ ਹੋਣਗੇ ਕਿ ਉਹਨਾਂ ਨੇ ਸ਼ੁਰੂ ਕੀਤਾ ਹੈ ਕਿ ਇਸ ਸਾਲ ਹਰ ਦਿਨ ਵਾਕ ਕਰਨੀ ਆ ਤੇ ਭਾਰ ਘਟਾਉਣਾ ਆ ਐਕਸੈਟਰਾ ਕੁਝ ਚਿਰ ਬਾਅਦ ਜਾ ਕੇ ਤੁਹਾਨੂੰ ਮਸਾਂ ਹੀ ਇੱਕ ਢਿੱਚਕ ਚੱਕਰ ਲਾਉਂਦਾ ਨਜ਼ਰ ਆ ਰਿਹਾ And if you go on the 1st of January to one of those parks where people go for walks, you'll see 60, 70 people walking there. But as time goes by, later on, by the end of the year or even earlier, you will see that barely you'll see anybody walking there. ਸ਼ੁਰੂ ਕਰਨਾ ਸੌਖਾ ਆ ਲੇਕਿਨ ਅੱਛੇ ਤਰੀਕੇ ਦੇ ਨਾਲ ਖਤਮ ਕਰਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। And it is easy to start, but it is very important to finish it properly. ਪ੍ਰਭੂ ਦੇ ਭੈਣੋ, ਅੱਜ ਦਾ ਜਿਹੜਾ ਵਚਨ ਹੈਗਾ ਆ ਉਹਦਾ ਟਾਈਟਲ ਥੋੜਾ ਜਿਹਾ ਗੰਭੀਰ ਟਾਈਟਲ ਹੈ। Brothers and sisters, today's word, the title that I have given it, it's a quite serious title or dangerous title. ਜਿਹੜਾ ਟਾਈਟਲ ਅੱਜ ਮੈਂ ਰੱਖਣਾ ਚਾਹਨਾ ਹੈਗਾ ਆ ਇਸ ਵਚਨ ਦੇ ਵਾਸਤੇ ਉਹ ਹੈਗਾ ਆ ਡਾਊਨਫਾਲ। The title today is Downfall. ਯਾਨੀ ਕਿ ਡਿੱਗਣਾ। That is meaning like falling down. ਪ੍ਰਭੂ ਦੇ ਭੈਣੋ, ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿੱਧੀਆਂ ਸਵਰਗ ਦੇ ਵਿੱਚ ਪਰਮੇਸ਼ਰ ਕੋਲੇ ਪਹੁੰਚ ਜਾਂਦੀਆਂ And the ਨੇ। word of God teaches us there are a lot of things that right away directly get to in heaven to the Lord. ਪਹਿਲੇ ਨੰਬਰ ਤੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ, ਆਪਾਂ ਪੜਾਂਗੇ ਚੇਲਿਆਂ ਦੇ ਕਰਤੱਵੇ ਚੈਪਟਰ 10ਵੇਂ ਦੇ ਵਿੱਚ ਆਪਾਂ ਉਹਦਾ ਚੌਥਾ ਤੇ ਉਹਦਾ 31ਵਾਂ ਵਰਸ ਦੇਖਾਂਗੇ। And first of thing we're going to see in the book of Acts chapter 10 verses 4 and 31. ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਆਪਣੀਆਂ ਦੁਆਵਾਂ ਨੇ ਜਿਹੜੀਆਂ ਤੇ ਕਿਸ ਤਰ੍ਹਾਂ ਜਿਹੜੇ ਆਪਣੇ ਦਾਨ ਪੁੰਨ ਨੇ ਉਹ ਪਰਮੇਸ਼ਰ ਕੋਲ ਪਹੁੰਚ And ਜਾਂਦੇ we're ਨੇ। going to see how our prayers and our offerings reaches to the Lord. ਇੱਥੇ ਤੁਸੀਂ ਦੇਖੋਗੇ ਕਿ ਕੋਰਨੇਲੀਅਸ ਦੀਆਂ ਜਿਹੜੀਆਂ ਦੁਆਵਾਂ ਸੀਗੀਆਂ ਤੇ ਕੋਰਨੇਲੀਅਸ ਦੇ ਦਾਨ ਪੁੰਨ ਜਿਹੜੇ ਸੀਗੇ ਉਹ ਪਰਮੇਸ਼ਰ ਦੇ ਕੋਲੇ ਪਹੁੰਚੇ ਤੇ ਪਰਮੇਸ਼ਰ ਨੇ ਧਿਆਨ ਕੀਤਾ ਉਹਨਾਂ ਚੀਜ਼ਾਂ ਤੇ ਧਿਆਨ ਕਰਕੇ ਆਪਣੇ ਦੂਤਾਂ ਨੂੰ ਆਖਿਆ ਵੀ ਜਾਓ ਜਾ ਕੇ ਉਹਨੂੰ ਬਰਕਤ ਦਿਓ ਮੁੰਡੇ ਨੂੰ। And we see in the word of God that Cornelius, how in his prayers and his givings, offerings got to the Lord, and at the time it got to the Lord, and the Lord sent to the angels and said, yes, I received that, and now go and bless him. ਆਓ ਪੜੀਏ ਚੇਲਿਆਂ ਦੇ ਕਰਤੱਵੇ ਚੈਪਟਰ 10ਵਾਂ ਉਹਦਾ ਚੌਥਾ ਵਰਸ ਦੇਖਾਂਗੇ ਫਿਰ 31ਵਾਂ ਵਰਸ। And we're going to read in the book of Acts chapter 10 verses 4, and then later we're going to see verse 31. So first verse 4 first. ਹਾਂਜੀ। ਉਸਨੇ ਸਵਰਗਦੂਤ ਵੱਲ ਨੀਝ ਲਾ ਕੇ ਦੇਖਿਆ ਅਤੇ ਭੈ ਭੀਤ ਹੁੰਦੇ ਹੋਏ ਕਿਹਾ, ਪ੍ਰਭੂ ਜੀ ਇਹ ਕੀ ਹੈ? ਸਵਰਗਦੂਤ ਨੇ ਉਸ ਨੂੰ ਕਿਹਾ, ਤੇਰੀ ਪ੍ਰਾਰਥਨਾ ਅਤੇ ਤੇਰਾ ਦਾਨ ਪੁੰਨ ਪਰਮੇਸ਼ਰ ਤੱਕ ਪਹੁੰਚਿਆ ਹੈ ਅਤੇ ਪਰਮੇਸ਼ਰ ਨੇ ਤੈਨੂੰ ਯਾਦ ਕੀਤਾ ਹੈ। ਜਾਨੀ ਕਿ ਉਹਦੇ ਦਾਨ ਪੁੰਨ ਉਹਦੀਆਂ ਦੁਆਵਾਂ ਪਰਮੇਸ਼ਰ ਕੋਲੇ ਪਹੁੰਚ ਗਏ ਤੇ ਪਰਮੇਸ਼ਰ ਨੇ ਯਾਦ ਕੀਤੇ ਆ। And
ਉਹਦੀਆਂ ਦੁਆਵਾਂ ਸੁਣ ਕੇ ਉਹਦੇ ਦਾਨ ਪੁੰਨ ਸੁਣ ਕੇ ਪਰਮੇਸ਼ਰ ਨੇ ਯਾਦ ਕੀਤਾ ਕੁਰਨੇਲੀਅਸ ਨੂੰ ਤੇ ਬਰਕਤ ਦੇਣ ਵਾਸਤੇ ਦੂਤ ਨੂੰ ਭੇਜਿਆ। And that means that his prayers and his givings and offerings reached to the Lord, and then Lord remembered him and he sent his angel to go and bless Cornelius. 31ਵਾਂ ਵਰਸ ਦੇਖੋ। Read the 31 again. Or read the verse 31. ਹਾਂਜੀ। ਉਸਨੇ ਕਿਹਾ, ਕੁਰਨੇਲੀਅਸ, ਤੇਰੀ ਪ੍ਰਾਰਥਨਾ ਪਰਮੇਸ਼ਰ ਨੇ ਸੁਣ ਲਈ ਹੈ ਅਤੇ ਤੇਰੇ ਦਾਨ ਪੁੰਨ ਨੂੰ ਉਸਨੇ ਯਾਦ ਕੀਤਾ ਹੈ। ਸੋ ਜਾਣੀ ਕਿ ਆਪਣੀਆਂ ਪ੍ਰਾਰਥਨਾ ਤੇ ਆਪਣੇ ਦਾਨ ਪੁੰਨ ਸਿੱਧੇ ਪਰਮੇਸ਼ਰ ਕੋਲੇ ਪਹੁੰਚ ਜਾਂਦੇ ਨੇ। ਤੇ ਜਦੋਂ ਪਰਮੇਸ਼ਰ ਕੋਲੇ ਇੰਨੇ ਜ਼ਿਆਦਾ ਪਹੁੰਚ ਜਾਂਦੀਆਂ ਨੇ ਦੁਆਵਾਂ, ਇੰਨੀਆਂ ਪਹੁੰਚ ਜਾਂਦੀਆਂ ਨੇ ਦੁਆਵਾਂ, ਇੰਨੇ ਦਾਨ ਪੁੰਨ ਜਦ ਪਹੁੰਚ ਜਾਂਦੇ ਨੇ, ਇੰਨੇ ਦਾਨ ਪੁੰਨ ਪਹੁੰਚ ਜਾਂਦੇ ਨੇ ਕਿ ਪਰਮੇਸ਼ਰ ਉਹਨਾਂ ਨੂੰ ਯਾਦ ਕਰਦਾ ਆ। ਉਦੋਂ ਪਰਮੇਸ਼ਰ ਫਿਰ ਥੱਲੇ ਨੂੰ ਬਰਕਤ ਭੇਜਦਾ ਆ ਭੈਣ ਭਰਾਵਾਂ And ਦੇ। when our prayers and our offerings and givings reach to the Lord, and then it gets so much there, everything is just accumulated there, and then the Lord remembers us and he sends his angels to bless us. ਸੋ ਪਹਿਲੇ ਨੰਬਰ ਤੇ ਇਨਸਾਨ ਦੀਆਂ ਦੁਆਵਾਂ ਤੇ ਇਨਸਾਨ ਦੇ ਦਾਨ ਪੁੰਨ ਪਰਮੇਸ਼ਰ ਦੇ ਸਵਰਗ ਦਾ ਕੁੰਡਾ ਖੜਕਾ ਦਿੰਦੇ ਨੇ ਤੇ ਪਰਮੇਸ਼ਰ ਦਾ ਧਿਆਨ ਖਿੱਚ ਕੇ ਉਹ ਤੋਂ ਬਰਕਤ ਲੈਂਦੇ And ਨੇ। the first thing then, the prayers and givings of the brothers and sisters reaches to the Lord and knock the door of the Lord and catches the attention of the Lord, and then receives the blessings from the Lord. ਦੂਸਰੀ ਚੀਜ਼ ਜਿਹੜੀ ਪਰਮੇਸ਼ਰ ਦੇ ਕੋਲੇ ਪਹੁੰਚਦੀ ਆ, ਪਰਮੇਸ਼ਰ ਦੇ ਸਵਰਗ ਵਿੱਚ ਪਹੁੰਚ ਕੇ ਪਰਮੇਸ਼ਰ ਦੀ ਅਟੈਂਸ਼ਨ ਲੈ ਲੈਂਦੀ ਆ, ਉਹਦਾ ਧਿਆਨ ਖਿੱਚ ਲੈਂਦੀ ਆ। Second thing that gets to the heaven and catches his attention is ਇਨਸਾਨ ਦਾ ਘਮੰਡ। and that is the pride of the man. ਜਦੋਂ ਬੰਦਾ ਐਰੋਗੈਂਟ ਬਣ ਜਾਂਦਾ ਆ, ਉਹਦੇ ਵਿੱਚ ਈਗੋ ਆ ਜਾਂਦੀ ਆ ਕਿ ਮੈਂ ਕੀ ਚੀਜ਼ ਆ ਜੀ। And that's when the person has ego in him and he thinks too much of himself and he becomes arrogant. ਇਨਸਾਨ ਦਾ ਘਮੰਡ ਪਰਮੇਸ਼ਰ ਦੀ ਅਟੈਂਸ਼ਨ ਨੂੰ ਖਿੱਚ ਲੈਂਦਾ ਆ। And the ego or arrogance of the man catches God's attention as well. ਇਨਸਾਨ ਦਾ ਇਹ ਸਭ ਤੋਂ ਵੱਡਾ ਪਾਪ ਮੰਨਿਆ ਗਿਆ ਆ, ਐਰੋਗੈਂਸ ਜਾਂ ਈਗੋ ਜਾਂ ਪ੍ਰਾਈਡ। ਇਹ ਉਹ ਪਾਪ ਆ ਜਿਹੜਾ ਲੂਸੀਫਰ ਦੇ ਵਿੱਚ, ਸ਼ੈਤਾਨ ਦੇ ਵਿੱਚ ਸੀਗਾ ਕਿ ਜਦੋਂ ਬੰਦੇ 'ਚ ਮੈਂ ਆ ਜਾਂਦੀ ਆ ਤੇ ਉਹ ਪ੍ਰਾਈਡ ਜਿਹੜਾ ਆ ਉਹ ਸਿੱਧਾ ਪਰਮੇਸ਼ਰ ਕੋਲ ਪਹੁੰਚਦਾ ਆ। ਤੇ ਜਦੋਂ ਪਰਮੇਸ਼ਰ ਨੇ ਦੇਖ ਲਿਆ ਤਾਂ ਫਿਰ ਉਹ ਸਵਰਗੋਂ ਹਿਲਾ ਦਿੰਦਾ ਹੈ ਸਭ ਕੁਛ। And this is one of the biggest sins of the mankind, which is the arrogance and ego and pride when the man has. That's the sin that Lucifer had, pride and arrogance in him. And when this knocks the door of heaven and God receives or sees that, then there is trouble. ਪਰਮੇਸ਼ਰ ਦਾ ਵਚਨ ਪ੍ਰਕਾਸ਼ ਦੀ ਪੋਥੀ 18 ਉਹਦਾ 5ਵਾਂ ਵਰਸ। ਜੀ ਹਾਂ। ਹਾਂਜੀ। ਕਿਉਂਕਿ ਉਸਦੇ ਪਾਪਾਂ ਦਾ ਢੇਰ ਆਕਾਸ਼ ਤੱਕ ਉੱਚਾ ਹੋ ਗਿਆ ਹੈ ਅਤੇ ਉਸਦੇ ਅਪਰਾਧਾਂ ਨੂੰ ਪਰਮੇਸ਼ਰ ਨੇ ਯਾਦ ਕੀਤਾ ਹੈ। ਉਹਦੇ ਪਾਪਾਂ ਦਾ ਢੇਰ ਲੱਗਣਾ ਸ਼ੁਰੂ ਹੋ ਗਿਆ। ਪਾਪਾਂ ਦਾ ਢੇਰ ਲੱਗਦਾ ਗਿਆ, ਲੱਗਦਾ ਗਿਆ, ਲੱਗਦਾ ਗਿਆ, ਲੱਗਦਾ ਗਿਆ, ਲੱਗਦਾ ਗਿਆ, ਲੱਗਦਾ ਗਿਆ। ਇੱਕ ਐਸਾ ਸਮਾਂ ਆਇਆ ਕਿ ਇੰਨਾ ਉੱਚਾ ਹੋ ਗਿਆ ਕਿ ਪਰਮੇਸ਼ਰ ਦੀਆਂ ਯਾਦਾਂ 'ਚ ਚਲਿਆ ਗਿਆ ਤੇ ਫਿਰ ਪਰਮੇਸ਼ਰ ਨੇ ਯਾਦ ਕੀਤਾ ਬਬਲੋਨੀਅਨ ਨੂੰ। So for her sins, it says, have reached to heaven, and God has remembered her iniquity. ਇੱਥੇ ਕੈਨੇਡਾ ਦੇ ਵਿੱਚ ਜਦੋਂ ਕੁੱਤਿਆਂ ਨੂੰ ਸੈਰ ਕਰਾਉਣ ਵਾਸਤੇ ਬਾਹਰ ਲੈ ਕੇ ਜਾਈਦਾ, Here in Canada, when people take their dogs outside for walks, ਉਹ ਮਾਲਕ ਜਿਹੜਾ ਹੁੰਦਾ ਕੁੱਤੇ ਦਾ, ਉਹਦੇ ਹੱਥ ਵਿੱਚ ਇੱਕ ਲੀਸ ਫੜੀ ਹੁੰਦੀ ਹੈਗੀ ਆ, and ਜਿਹੜੀ ਕਹਿ ਲਓ ਕਿ ਉਹਦੇ ਵਿੱਚ ਜਿੱਦਾਂ ਕਹਿ ਲਓ ਕਿ ਇੱਕ ਲਾਈਨ ਹੁੰਦੀ ਹੈ ਜਾਂ ਇੱਕ ਡੋਰ ਹੁੰਦੀ ਆ, ਤੇ ਉਹ ਉਹਦੇ ਨਾਲ ਕੁੱਤਾ ਫਰੀਲੀ ਇੱਧਰ ਉੱਧਰ ਜਾ ਸਕਦਾ ਹੈ, ਜਿੰਨੇ ਵੀ ਮੀਟਰ ਦੂਰ ਜਾਣਾ ਹੋਵੇ ਜਾ ਸਕਦਾ ਆ। ਲੇਕਿਨ ਇੱਕ ਸਮਾਂ ਆ ਜਾਂਦਾ ਆ ਕਿ ਉਹ ਲੀਸ ਦਾ ਜਿਹੜਾ ਕਹਿ ਲਓ ਕਿ ਲੈਂਥ ਪੂਰੀ ਹੋ ਜਾਂਦੀ ਆ, ਤੇ ਉਹ ਤੋਂ ਬਾਅਦ ਕੁੱਤੇ ਨੂੰ ਵੀ ਝਟਕਾ ਲੱਗਦਾ, ਵੀ ਪਤਾ ਲੱਗ ਗਿਆ ਵੀ ਇੰਨੀ ਕਿ ਇੱਥੇ ਹੀ, ਇਹ ਤੋਂ ਬਾਅਦ ਨਹੀਂ ਮੈਂ ਗਾਹਾਂ ਮੂਹਰੇ ਜਾ ਸਕਦਾ, ਤੇ ਉਹ ਤੋਂ ਪਿੱਛੇ ਹੀ ਰਹਿਣਾ ਪਊਗਾ ਮੈਨੂੰ। ਯਾਨੀ ਕਿ ਇੱਕ ਹੱਦ
and the dog, the owner of the dog, is holding a leash in his hand, and that can be loosened up a bit, so the dog goes here and there while the leash is being held, and at the one point it ends, it stops, so even dog knows at that time that that's it, he cannot go any further, so he knows the limit. ਉਸੇ ਤਰੀਕੇ ਦੇ ਨਾਲ ਇੱਕ ਹੱਦ ਹੈ ਜਦੋਂ ਇਨਸਾਨ ਉਸ ਹੱਦ ਤੱਕ ਪਹੁੰਚਦਾ ਆ ਜਦੋਂ ਇਨਸਾਨ ਦਾ ਪਾਪ ਉਸ ਹੱਦ ਤੱਕ ਪਹੁੰਚ ਜਾਂਦਾ ਆ ਉਦੋਂ ਪ੍ਰਭੂ ਤੋਂ ਬਿਹਤਰ ਹੈ ਕਿ ਇਨਸਾਨ ਗੁੱਡੀਆਂ ਲਾ ਲਵੇ ਨਹੀਂ ਤਾਂ ਇਟਸ ਗੋਇੰਗ ਟੂ ਬੀ ਟੂ ਲੇਟ And at that time, brothers and sisters, the same way, when the man's sin gets to that extent and he's trying to pass the limit, at that point, brothers and sisters, it's the best thing for you to kneel down and ask for forgiveness. Otherwise, it will be too late. ਜ਼ਬੂਰ 100ਵਾਂ ਚੈਪਟਰ ਦੇਖਾਂਗੇ ਤੇ ਉਹਦਾ 5ਵਾਂ ਵਰਸ ਪੜਾਂਗੇ We're going to see Psalms chapter 100, book 100, and we're going to read 5th verse. ਪੰਜਾਬੀ ਦੇ ਵਿੱਚ ਦੇਖਾਂਗੇ ਧਿਆਨ ਦੇ ਨਾਲ ਇੱਥੇ ਪਰਮੇਸ਼ਰ ਦੀ ਕਿਰਪਾ ਤੇ ਦਇਆ ਦੇ ਬਾਰੇ ਦੱਸਿਆ ਗਿਆ ਹੈ And we're going to read that in Punjabi. It talks about God's mercy and grace. Psalms 100 verse 5. Hanji. ਪ੍ਰਭੂ ਭਲਾ ਹੈ, ਉਸ ਦੀ ਦਇਆ ਸਦਾ ਰਹਿਣ ਵਾਲੀ ਹੈ ਅਤੇ ਉਸ ਦੀ ਸਚਾਈ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ। ਉਹਦੀ ਦਇਆ ਹਮੇਸ਼ਾ ਹਮੇਸ਼ਾ ਲਈ ਬਣੀ ਰਹਿੰਦੀ ਹੈ Hallelujah. His mercy is everlasting. ਲੇਕਿਨ ਫਿਰ ਵੀ ਪ੍ਰਭੂ ਤੇ ਪੈਣੋਂ ਚੇਤੇ ਰੱਖੋ ਇਹ ਗੱਲ ਨੂੰ ਕਿ ਹਰ ਚੀਜ਼ ਦੀ ਹੱਦ ਹੁੰਦੀ ਆ ਜਦੋਂ ਇਨਸਾਨ ਦਾ ਘਮੰਡ ਜਦੋਂ ਇਨਸਾਨ ਦਾ ਪਾਪ ਇੱਕ ਉਸ ਹੱਦ ਤੱਕ ਪਹੁੰਚ ਜਾਂਦਾ ਆ ਕਿ ਜਦੋਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿੱਚ ਆ ਜਾਵੇ ਉੱਥੇ ਫਿਰ ਪਰਮੇਸ਼ਵਰ ਜਵਾਬ ਦਿੰਦਾ ਹੈ And brothers and sisters, even though yes, God's mercy is everlasting, but remember there's a limit of the things when man's pride, his ego, his arrogance get to that extent that it's trying to pass the limit, and that's when God can realize that what's going on. It gets to God's attention. We need to ask for forgiveness before that. Genesis chapter 19 ਹੈ ਤੇ ਉਹਦੇ ਵਰਸ 13 ਚ ਪੜਾਂਗੇ We're going to see book of Genesis chapter 19 verse 13. ਜਿਹਦੇ ਵਿੱਚ ਸਦੂਮ ਤੇ ਗਮੋਰਾ ਦੀ ਐਗਜ਼ਾਮਪਲ ਦਿੱਤੀ ਗਈ ਹੈ And it has given an example of Sodom and Gomorrah in it. ਉਹ ਦੋ ਸਿਟੀ ਇਦਾਂ ਦੇ ਸਿਟੀ ਸੀਗੇ ਜਿਹੜੇ ਬਹੁਤ ਹੀ ਜ਼ਿਆਦਾ ਪਾਪ ਦੇ ਵਿੱਚ ਫਸੇ ਹੋਏ ਸੀਗੇ And those were two cities that they were in sin big time. ਦਿਨ ਰਾਤ ਉੱਥੇ ਪਾਪ ਰਾਜ ਕਰਦਾ ਸੀ Day and night sin was all over the place in that ਬਹੁਤ ਵੱਡੇ those ਵੱਡੇ cities. ਸਿਟੀ ਸੀਗੇ ਉਹ ਬਹੁਤ ਹੀ ਮਹਾਨ ਸਿਟੀ ਸੀਗੇ ਬਹੁਤ ਹੀ ਫੇਮਸ ਸਿਟੀ ਸੀਗੇ And they were very big and great and famous cities. ਕਿੰਨੇ ਸਾਲਾਂ ਤੋਂ ਉਹ ਸਿਟੀ ਮੌਜੂਦ ਸੀ And those were the ancient cities. They've been there for a long time. ਲੇਕਿਨ ਇੱਕ ਸਮਾਂ ਆਇਆ ਇੱਕ ਦਿਨ ਇਸ ਤਰ੍ਹਾਂ ਦਾ ਆਇਆ ਕਿ ਉਸ ਸਿਟੀ ਦੇ ਸਦੂਮ ਤੇ ਗਮੋਰਾ ਦੇ ਪਾਪ ਇੰਨੇ ਢੇਰ ਲੱਗੇ ਤੇ ਪਰਮੇਸ਼ਵਰ ਦੀਆਂ ਸੋਚਾਂ ਚੱਕ ਪਹੁੰਚ ਗਏ And one day was there that the sin of Sodom and Gomorrah, they kept on piling up, and it was so many that one day it came into God's attention. ਜਦੋਂ ਹੱਦ ਹੋ ਗਈ ਨਾ When there was a limit, ਜਦੋਂ ਹੱਦ ਪਾਰ ਕਰਤੀ when the limit was crossed, ਪਰਮੇਸ਼ਵਰ ਦੀਆਂ ਸੋਚਾਂ ਤੇ ਪਹੁੰਚ ਗਏ ਉਹ ਪਾਪ and those sins reached to God's thoughts, ਉੱਥੇ ਫਿਰ ਪਰਮੇਸ਼ਵਰ ਨੇ ਆਪਣੇ ਦੂਤਾਂ ਨੂੰ ਭੇਜਿਆ ਵੀ ਪੁੱਤਰੋ ਜਾਓ ਜਾ ਕੇ ਕਰੋ ਉਹਨਾਂ ਦਾ ਕੰਮ ਤਮਾਮ and that's when God sent his angels to that place to finish or to destroy or to do whatever they needed to do. ਆਓ ਪੜ੍ਹੀਏ ਪਰਮੇਸ਼ਵਰ ਦੇ ਬਚਨ ਵਿੱਚ ਜੈਨੇਸਿਸ ਚੈਪਟਰ 19 ਵਰਸ 13 ਦੇ ਵਿੱਚ ਕਿ ਉਹ ਦੂਤ ਆਉਂਦੇ ਨੇ ਥੱਲੇ ਤੇ ਜਦੋਂ ਲੂਤ ਪੁੱਛਦਾ ਹੈ ਉਹਨਾਂ ਦੂਤਾਂ ਨੂੰ ਵੀ ਤੁਸੀਂ ਕਾਹਤੋਂ ਆਏ ਹੋ ਭਾਈ ਤੇ ਉਹ ਗਾਂ ਦੂਤ ਜਵਾਬ ਦਿੰਦੇ ਨੇ ਤੇ ਦੱਸਦੇ ਨੇ ਵੀ ਅਸੀਂ ਇਸ ਸਿਟੀ ਦਾ ਕੰਮ ਤਮਾਮ ਕਰਨ ਵਾਸਤੇ ਆਏ ਹਾਂ ਤੂੰ ਚੱਕ ਬੋਰੀ ਵੇਚਦਾ ਤਾਂ ਸਾਡੇ ਨਾਲ ਆਦਾ ਨਿਕਲ ਬਾਹਰ ਨੇ And we're going to read that in Genesis chapter 19 verse 13, and when those angels came down and then Lot asked them, why are you guys here? Then angels tells them that we are here to destroy this place and you pick your stuff and come with us.
ਆਓ ਪੜ੍ਹੀਏ। Let's read Genesis 19:13. ਹਾਂਜੀ। ਅਸੀਂ ਇਸ ਸ਼ਹਿਰ ਨੂੰ ਨਾਸ਼ ਕਰਨ ਵਾਲੇ ਹਾਂ ਕਿਉਂਕਿ ਇਸ ਸ਼ਹਿਰ ਦੇ ਪਾਪ ਦੀ ਪੁਕਾਰ ਪ੍ਰਭੂ ਤੱਕ ਪਹੁੰਚੀ ਹੈ ਅਤੇ ਉਸ ਨੇ ਸਾਨੂੰ ਇਸ ਸ਼ਹਿਰ ਨੂੰ ਨਾਸ਼ ਕਰਨ ਘੱਲਿਆ ਹੈ। ਲਿਮਿਟ ਪਾਰ ਹੋ ਗਈ ਤੇ ਅਸੀਂ ਆਏ ਹਾਂ ਹਿਸਾਬ ਕਿਤਾਬ ਕਰਨ ਵਾਸਤੇ। And this place has crossed the limit now, and we are here to do the judgment practically to see ਪਤਾ what ਨਹੀਂ to do. ਕਿੰਨੇ ਕੁ ਸਾਲਾਂ ਤੋਂ ਸ਼ੈਤਾਨ ਪਰਮੇਸ਼ਰ ਦੇ ਖਿਲਾਫ ਬਗਾਵਤ ਕਰਦਾ ਜਾ ਰਿਹਾ ਸੀ। And I don't know for how many years devil was kind of coming against God or planning things against God. ਲੇਕਿਨ ਇੱਕ ਦਿਨ ਐਸਾ ਆਇਆ ਵੀ ਜਿਸ ਦਿਨ ਉਹਦੀ ਪ੍ਰਾਈਡ ਦੀ ਜਿਹੜੀ ਲਿਮਿਟ ਹੈਗੀ ਆ ਉਹ ਪਾਰ ਕਰ ਗਿਆ, ਹੱਦ ਤੋਂ ਪਾਰ ਕਰ ਗਿਆ, ਉਸ ਦਿਨ ਪਰਮੇਸ਼ਰ ਨੇ ਉਹਨੂੰ ਕਰਸ ਕਰਕੇ ਧਰਤੀ ਤੇ ਜਾ ਮਾਰਿਆ ਸੀ। But there came a day then his limit of his ego and his pride, he passed that limit, and then God cursed him and threw him on the earth. ਇੱਕ ਦਿਨ ਐਸਾ ਆਣਾ ਆ ਪ੍ਰਭੂ ਤੇ ਭੈਣੋ ਕਿ ਜੇ ਹੱਦ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਰਿਵਰਸ ਗੇਅਰ ਨਾ ਲਾਇਆ ਪ੍ਰਭੂ ਤੇ ਭੈਣੋ ਤੁਹਾਡੀ ਜ਼ਿੰਦਗੀ ਦੇ ਵਿੱਚ it's going to be too late. And brothers and sisters, there will be a day in our lives that if we don't put the reverse gear before we reach to that limit time that we are given, then we will be in trouble and it will be too late. ਸਭ ਤੋਂ ਵੱਡਾ ਪਾਪ ਗੁਨਾਹ ਐਰੋਗੈਂਸ ਪ੍ਰਾਈਡ ਹੈ। ਪ੍ਰਾਈਡ ਦੀ ਆਵਾਜ਼ ਸਿੱਧਾ ਪਰਮੇਸ਼ਰ ਕੋਲੇ ਪਹੁੰਚਦੀ ਹੈ ਸਵਰਗਾਂ ਦੇ ਵਿੱਚ ਤੇ ਉਹਨੂੰ ਸੁਣ ਕੇ ਜਵਾਬ ਦਿੰਦਾ ਹੈ। One of the biggest sins is the pride and arrogance and ego, and the noise or the voice of that reaches to God right away in his ears, and he hears it, and then he sends his angels to deal with it. ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਬੰਦੇ 'ਚ ਪ੍ਰਾਈਡ ਆ ਜਾਵੇ? How do you know when some person has pride in him? ਜਿਸ ਬੰਦੇ 'ਚ ਪ੍ਰਾਈਡ ਹੋਵੇ ਉਹ ਕੋਈ ਵੀ ਕਰੈਕਸ਼ਨ ਐਕਸੈਪਟ ਨਹੀਂ ਕਰੇਗਾ ਈਜ਼ੀਲੀ। And the person who has pride in him, that person will not accept any correction easily. ਭਾਵੇਂ ਉਹ ਸੁਣ ਲੇ It's possible that he will hear it, ਲੇਕਿਨ ਉਹਨੂੰ ਅਪਲਾਈ ਨਹੀਂ ਕਰੇਗਾ ਆਪਣੀ ਜ਼ਿੰਦਗੀ ਦੇ but he ਵਿੱਚ won't apply it in his life or her life. ਕਿਉਂਕਿ ਉਹਦਾ ਪ੍ਰਾਈਡ ਉਹਨੂੰ ਅਲਾਉ ਨਹੀਂ ਕਰੇਗਾ। Because his pride won't allow him to correct himself accordingly. ਕਦੇ ਵੀ ਨਹੀਂ ਕਹੇਗਾ ਕਿ ਫਲਾਣੇ ਨੇ ਮੈਨੂੰ ਕਰੈਕਟ ਕੀਤਾ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਮੈਂ ਵਾਕਈ ਗਲਤ ਸੀਗਾ ਤੇ ਲੇਕਿਨ ਮੈਂ ਹੁਣ ਉਹ ਹਿੱਸਾ ਆਪਣੀ ਜ਼ਿੰਦਗੀ ਦਾ ਠੀਕ ਕਰ ਲਿਆ ਆ। ਸੋ prap and thank you so much. That person will never say that, oh, so and so person corrected me, and yes, I acknowledge that part of my life was wrong and I am now correcting it, and I want to give thanks to that brother or sister who corrected me. ਦੂਸਰੀ ਨਿਸ਼ਾਨੀ ਜਿਹੜੀ ਪ੍ਰਾਈਡ ਵਾਲੇ ਬੰਦੇ 'ਚ ਪਾਈ ਜਾਂਦੀ ਹੈਗੀ ਕਿ ਉਹ ਟੀਚੇਬਲ ਨਹੀਂ ਹੋਏਗਾ। ਉਹਨੂੰ ਕੋਈ ਸਿੱਖਿਆ ਨਹੀਂ ਉਹ ਪ੍ਰਾਪਤ ਕਰਨਾ ਚਾਹੇਗਾ। ਉਹ ਸੋਚਦਾ ਹੈ ਕਿ ਉਹਨੂੰ ਹੀ ਸਾਰਾ ਕੁਝ ਆਉਂਦਾ ਆ ਕਿ ਦੂਸਰਿਆਂ ਨੂੰ ਨਹੀਂ ਆਉਂਦਾ, ਤੇ ਜੇ ਕੋਈ ਉਹਨੂੰ ਸਿਖਾਵੇਗਾ ਉਹ ਈਜ਼ੀਲੀ ਉਹਨੂੰ ਹਾਂ ਜੀ ਮੈਨੂੰ ਪਤਾ ਆ, ਮੈਨੂੰ ਪਤਾ ਜੀ ਮੈਂ ਤਾਂ ਜੀ ਪੈਦਾ ਹੀ ਜਾਣ ਕੇ ਹੋਇਆ ਸਭ ਕੁਝ, ਮੈਨੂੰ ਪੈਦਾ ਹੋਣ ਤੋਂ ਪਹਿਲਾਂ ਸਭ ਕੁਝ ਆਉਂਦਾ ਜੀ। And the second thing is that person won't be teachable person. Nobody will be able to teach that person. And anytime you try to teach him, that person will say, no, I know it already. I was born knowing it all. ਜਾਨੀ ਕਿ ਉਸ ਦਾ ਜਿਹੜਾ ਦਿਲ ਹੈਗਾ ਆ ਉਹ ਦਿਲ ਕਰੈਕਸ਼ਨ ਸਵੀਕਾਰ ਨਹੀਂ ਕਰੇਗਾ, ਟੀਚੇਬਲ ਨਹੀਂ ਹੋਵੇਗਾ। So he won't accept correction and he won't be teachable at all. ਉੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਪ੍ਰਾਈਡ ਆ ਬੰਦੇ ਵਿੱਚ, ਕਿੰਨਾ ਘਮੰਡ ਆ ਬੰਦੇ And that's when you can tell how much pride or ego that person has. ਤੇ ਉਹਨਾਂ ਹੀ ਉਸ ਬੰਦੇ ਨੂੰ ਪਵਿੱਤਰ ਆਤਮਾ ਇਸਤੇਮਾਲ ਕਰ ਸਕਦਾ ਹੈ। And the Holy Spirit can use that person to a certain limit. ਜਿੰਨਾ ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ ਘਮੰਡ ਨੂੰ ਥੱਲੇ ਲਾ ਦਿਓਗੇ ਉਹਨਾਂ ਜ਼ਿਆਦਾ ਪਵਿੱਤਰ ਆਤਮਾ ਤੁਹਾਨੂੰ ਇਸਤੇਮਾਲ ਕਰੇਗਾ। The more you will bring the pride and ego down from yourself, more the Holy Spirit will be able to use you. ਹਜੇ ਤਾਂ ਧੰਨਵਾਦ ਕਰੋ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ, ਆਪਾਂ ਕਮਜ਼ੋਰਾਂ ਨੂੰ ਚੁਣਿਆ। ਵਚਨ ਕਹਿੰਦਾ ਕਮਜ਼ੋਰਾਂ ਨੂੰ ਚੁਣਿਆ। ਤੁਸੀਂ ਆਪੇ ਸੋਚੋ
ਜੇ ਹੁਸ਼ਿਆਰਾਂ ਨੂੰ ਚੁਣਿਆ ਹੁੰਦਾ ਤਾਂ ਹਾਲ ਕੀ ਹੁੰਦਾ। And now ਇੱਥੇ ਕਮਜ਼ੋਰੀ ਨਹੀਂ ਮਾਣ ਹੈ। let's give thanks. ਕਮਜ਼ੋਰੀ ਸੋਚਦੇ ਨੇ ਵੀ ਉਹ ਸੂਰਮਾ ਭਵਾਲੀ ਬਣ ਗਏ ਨੇ, ਵੀ ਬੜੀ ਜ਼ਬਰਦਸਤ ਚੀਜ਼ ਬਣ ਗਿਆ ਜੀ ਅਸੀਂ। ਕਮਜ਼ੋਰੀ ਉਹਨਾਂ ਨੂੰ ਕਹਿ ਲਓ ਹਵਾਵਾਂ ਦੇ ਵਿੱਚ ਉੱਡ ਰਹੇ ਹੈਗੇ ਨੇ। ਜੇ ਐਸੇ ਬੰਦਿਆਂ ਨੂੰ ਪਰਮੇਸ਼ਰ ਨੇ ਚੁਣਿਆ ਹੁੰਦਾ ਜਿਹੜੇ ਬਹੁਤ ਹੀ ਜ਼ਿਆਦਾ ਵਾਈਜ਼ ਨੇ ਤਾਂ ਕੀ ਹਾਲ ਹੁੰਦਾ। And let's give thanks to the Lord because God has chosen us who are nobody, the weak people. The word of God says that he has chosen us, the weak people, the nobodies. So just imagine if God would have chosen those smart, beyond educated, or the people who know it all. We are so weak, and we are even trying to have ego when we say, oh, we know it all. Just imagine those people if God would have chosen them. देखो परमेश्वर वचन पढ़ांगे Proverbs chapter 16 verse 5 and 6 देखेंगे। And we're going to read in the book of Proverbs chapter 16 verses 5 and 6 as well. ਆਪਾਂ ਦੇਖ ਰਹੇ ਹੈਗੇ ਅੱਜ ਭਰਾਵਾਂ ਤੇ ਭੈਣਾਂ ਉਹ ਚੀਜ਼ਾਂ ਜਿਹੜੀਆਂ ਪਰਮੇਸ਼ਰ ਤੱਕ ਪਹੁੰਚ ਜਾਂਦੀਆਂ ਨੇ, ਤੱਕ ਪਹੁੰਚ ਜਾਂਦੀਆਂ ਨੇ। ਪਹਿਲੇ ਨੰਬਰ ਤੇ ਆਪਾਂ ਦੇਖਿਆ ਕਿ ਆਪਣੀਆਂ ਪ੍ਰੇਅਰਸ ਤੇ ਆਪਣੇ ਜਿਹੜੇ ਆਫਰਿੰਗਸ ਨੇ ਜਾਂ ਜਿਹੜੇ ਆਪਣੇ ਚੰਦੇ ਨੇ ਸਿੱਧਾ ਪਰਮੇਸ਼ਰ ਤੱਕ ਪਹੁੰਚਦੇ ਨੇ। And we are seeing today, brothers and sisters, the things that reach up to God right away, straightly. First thing we saw, our prayers and our givings and offerings reach to the Lord. दूसरे नंबर ਤੇ ਆਪਾਂ ਦੇਖਿਆ ਜਿਹੜੀ ਚੀਜ਼ ਜਿਹੜੀ ਪਰਮੇਸ਼ਰ ਦੇ ਤੱਕ ਪਹੁੰਚ ਜਾਏ ਉਹ ਇਨਸਾਨ ਦਾ ਘਮੰਡ। And the second thing that gets to the Lord right away is people's ego and pride. Proverbs chapter 16 verse 5 and 6 ਪੜਾਂਗੇ ਜੀ। Let's read Proverbs 16 verses 5 and 6. ਹਾਂਜੀ। ਹਠੀ ਮਨੁੱਖ ਨੂੰ ਪ੍ਰਭੂ ਘਿਰਣਾ ਕਰਦਾ ਹੈ, ਉਹ ਉਸ ਨੂੰ ਜ਼ਰੂਰ ਸਜ਼ਾ ਦੇਵੇਗਾ। ਵਫਾਦਾਰੀ ਅਤੇ ਵਿਸ਼ਵਾਸਯੋਗਤਾ ਕਾਰਨ ਪ੍ਰਭੂ ਮਾਫ ਕਰਦਾ ਹੈ ਅਤੇ ਪ੍ਰਭੂ ਦਾ ਡਰ ਮਨੁੱਖ ਦੀ ਹਰ ਵਿਪਤਾ ਨੂੰ ਦੂਰ ਕਰਦਾ ਹੈ। ਦੇਖੋ ਤੁਸੀਂ ਧਿਆਨ ਦੇ ਨਾਲ ਇਹ ਵਰਸ ਸ਼ੁਰੂ ਕਿੱਦਾਂ ਹੁੰਦਾ। And let's see nicely how this verse starts. ਆਪਾਂ ਇੰਗਲਿਸ਼ ਵਿੱਚ ਪੜਾਂਗੇ। And we're going to read it, verse 5. It says, the Lord detests all the proud of heart. Be sure of this, they will not go unpunished. ਆ ਦੇਖਿਆ ਤੁਸੀਂ ਜਿਹੜਾ ਘਮੰਡ ਹੈ, ਘਮੰਡ ਵਾਲੀਆਂ ਅੱਖਾਂ ਨੇ ਉਹ ਪਨਿਸ਼ਮੈਂਟ ਤੋਂ ਬਿਨਾ ਛੁਟਕਾਰਾ ਪ੍ਰਾਪਤ ਨਹੀਂ ਕਰਨਗੀਆਂ। You see, it says that those people who have pride in there, they will not go unpunished. ਪੰਜਾਬੀ ਦੇ ਵਿੱਚ ਪੜਾਂਗੇ Proverbs chapter 6 verse 17 ਦੇਖਾਂਗੇ। We're also going to see in Punjabi, book of Proverbs chapter 6 verse 17. ਹਾਂਜੀ। 7 ਚੀਜ਼ਾਂ ਹਨ ਜਿਨ੍ਹਾਂ ਨੂੰ ਪ੍ਰਭੂ ਘਿਰਣਾ ਕਰਦਾ ਹੈ ਅਤੇ ਉਹ ਉਹਨਾਂ ਨੂੰ ਸਹਿਣ ਨਹੀਂ ਕਰ ਸਕਦਾ। ਹੰਕਾਰੀ ਅੱਖਾਂ, ਝੂਠ ਬੋਲਣ ਵਾਲੀ ਜੀਭ, ਹੰਕਾਰੀ ਅੱਖਾਂ, haughty eyes. ਜਾਨੀ ਕਿ 7 ਚੀਜ਼ਾਂ ਨੇ ਲੇਕਿਨ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਚੀਜ਼ ਆ ਰਹੀ ਹੈ ਉਹ ਹੰਕਾਰੀ ਅੱਖਾਂ, ਯਾਨੀ ਕਿ ਹੰਕਾਰ। ਪਰਮੇਸ਼ਵਰ ਹੰਕਾਰ ਨੂੰ ਸਹਿ ਨਹੀਂ ਸਕਦਾ। And there's 7 things, but the very first thing that we see is the haughty eyes, those pride eyes full of pride. God cannot handle or take it when people have pride eyes, haughty eyes. ਕਿਸੇ ਹਾਲਤ ਵਿੱਚ ਵੀ ਭਰਾਵੋ ਤੇ ਭੈਣੋ ਹੰਕਾਰ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਨਾ ਜਾਵੇ। No matter what, brothers and sisters, just make sure that the pride is not going up in your lives. ਇਹੀ ਕਾਰਨ ਸੀ ਕਿ ਪਰਮੇਸ਼ਵਰ ਨੇ ਨਲਾਇਕਾਂ ਨੂੰ ਚੁਣਿਆ, ਪਰਮੇਸ਼ਵਰ ਨੇ ਕਮਜ਼ੋਰਾਂ ਨੂੰ ਚੁਣਿਆ। ਉਹ ਪਰਮੇਸ਼ਵਰ ਮੇਕ ਸ਼ੋਰ ਕਰਨਾ ਚਾਹੁੰਦਾ ਸੀਗਾ ਕਿ ਹੰਕਾਰ ਕਿਸੇ ਵੀ ਹਾਲਤ ਵਿੱਚ ਉਹਨਾਂ ਵਿੱਚ ਨਾ ਆ ਜਾਵੇ ਤੇ ਉਹ ਸਾਰੀ ਮਹਿਮਾ ਸਾਰਾ ਜਲਾਲ ਸਿਰਫ ਪਰਮੇਸ਼ਵਰ ਨੂੰ ਹੀ ਦੇਣ, ਪਵਿੱਤਰ ਆਤਮਾ ਦੀ ਗਾਈਡੈਂਸ ਦੇ ਮੁਤਾਬਿਕ ਪੈਰ ਰੱਖਣ। And that's the reason that Lord has chosen the weak people, the people like nobody, like you and me, so those people don't have any pride in them, so they don't get pride from whatever they do. They always may give glory to Lord Jesus and the Holy Spirit no matter what happens in their lives. ਪਹਿਲਾ ਪਤਰਸ chapter 5 verse 5 and 6 ਪੜਾਂਗੇ। And we're going to read 1 Peter chapter 5 verse 5 and 6. ਜਿਹਦੇ ਵਿੱਚ ਪਰਮੇਸ਼ਵਰ ਦਾ ਵਚਨ ਜਿਹੜੇ ਜਵਾਨ ਨੇ ਆਪਾਂ ਸਭ ਨੂੰ ਖਬਰਦਾਰ ਕਰਦਾ ਹੈ ਤੇ ਆਪਾਂ ਨੂੰ ਐਸਾ ਗਿਆਨ ਵੰਡਦਾ ਆ
ਜਿਹਦੇ ਥਾਂ ਦੀ ਆਪਾਂ ਬਰਕਤ ਪ੍ਰਾਪਤ And ਕਰਾਂਗੇ। here we will see that God gives us certain knowledge that we will be blessed through it. ਆਓ ਪੜ੍ਹੀਏ ਪਹਿਲਾ ਪਤਰਸ 5:5-6। Let's read 1 Peter chapter 5 verses 5 and 6. ਹਾਂਜੀ। ਇਸੇ ਤਰ੍ਹਾਂ ਤੁਸੀਂ ਜੋ ਨੌਜਵਾਨ ਹੋ ਆਪਣੇ ਬਜ਼ੁਰਗਾਂ ਦੇ ਅਧੀਨ ਰਹੋ। ਤੁਸੀਂ ਸਭ ਦੀਨ ਹੋ ਕੇ ਇੱਕ ਦੂਜੇ ਦੀ ਸੇਵਾ ਕਰਨ ਦੇ ਲਈ ਤਿਆਰ ਰਹੋ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਪਰਮੇਸ਼ਰ ਹੰਕਾਰੀਆਂ ਦਾ ਸਿਰ ਨੀਵਾਂ ਕਰਦਾ ਹੈ, ਪਰ ਉਹ ਦੀਨਾਂ ਤੇ ਕਿਰਪਾ ਕਰਦਾ ਹੈ। ਇਸ ਲਈ ਪਰਮੇਸ਼ਰ ਦੇ ਸ਼ਕਤੀਸ਼ਾਲੀ ਹੱਥ ਹੇਠ ਦੀਨ ਬਣ ਕੇ ਰਹੋ ਕਿ ਉਹ ਤੁਹਾਨੂੰ ਠੀਕ ਸਮਾਂ ਆਉਣ ਤੇ ਉન્નਤ ਕਰੇ। Hallelujah. ਜਾਣੀ ਕਿ ਪਰਮੇਸ਼ਰ ਨਫ਼ਰਤ ਕਰਦਾ ਹੈ ਘਮੰਡ ਨੂੰ, ਪ੍ਰਾਈਡ ਨੂੰ। That means God hates the pride. ਪ੍ਰਾਈਡ ਇੱਕ ਐਸੀ ਚੀਜ਼ ਹੈ, ਘਮੰਡ ਇੱਕ ਐਸੀ ਚੀਜ਼ ਹੈ ਸਿੱਧਾ ਪਰਮੇਸ਼ਰ ਕੋਲੇ ਪਹੁੰਚ ਜਾਂਦਾ ਹੈ। And pride is such a thing that God acknowledges it and it gets to God right away. ਪਹਿਲੀ ਚੀਜ਼ ਜਿਹੜੀ ਪਰਮੇਸ਼ਰ ਦੇ ਤਖਤ ਕੋਲੇ ਪਹੁੰਚਦੀ ਆ ਉਹ ਹੈ ਆਪਣੀਆਂ ਦੁਆਵਾਂ ਤੇ ਆਪਣਾ ਦੇਣਾ। ਦੂਸਰੀ ਚੀਜ਼ ਜਿਹੜੀ ਪਰਮੇਸ਼ਰ ਦੇ ਤਖਤ ਤੇ ਪਹੁੰਚਦੀ ਹੈ ਉਹ ਇਨਸਾਨ ਦਾ ਘਮੰਡ। ਤੀਸਰੀ ਚੀਜ਼ ਦੇਖਾਂਗੇ ਹੁਣ। And first thing that gets to God right away are our prayers and our giving and offerings. And second thing that gets to God right away is our pride. And the third thing we're going to see now. ਇਨਸਾਨ ਦੀ ਨਿਮਰਤਾ। The humbleness of a human being. ਜਦੋਂ ਇਨਸਾਨ ਨਰਮ ਦਿਲ ਦੇ ਨਾਲ ਇਨਸਾਨ ਝੁਕ ਕੇ ਪਰਮੇਸ਼ਰ ਦੇ ਚਰਨਾਂ 'ਚ ਆਉਂਦਾ ਆ, ਸਿੱਧੀ ਉਹਦੀ ਹਲੀਮਤਾ ਸਿੱਧੀ ਪਰਮੇਸ਼ਰ ਦਾ ਦਰਵਾਜ਼ਾ ਜਾ ਕੇ ਖੜਕਾ ਦਿੰਦੀ ਹੈ ਸੁਰਗਾਂ ਦੇ ਵਿੱਚ। And when the person humbles himself and comes in the presence of the Lord, to the Lord, at that time, that humbleness goes and knocks the door of the Lord right away. ਪਰਮੇਸ਼ਰ ਦਾ ਵਚਨ ਆਪਾਂ ਨੂੰ ਕਲੀਅਰਲੀ ਸਿਖਾਉਂਦਾ ਆ। And the Word of God teaches us very clearly ਕਿ ਜਦੋਂ ਇਨਸਾਨ ਝੁਕਦਾ ਹੈ, ਆਪਣੇ ਆਪ ਨੂੰ ਝੁਕਾਉਂਦਾ ਹੈ ਪਰਮੇਸ਼ਰ ਦੀ ਹਜ਼ੂਰੀ 'ਚ, ਉਦੋਂ ਸਵਰਗ ਦੇ ਦਰਵਾਜ਼ੇ ਉਹਦੇ ਵਾਸਤੇ ਖੁੱਲ ਜਾਂਦੇ ਨੇ। And the word says that when the person gets humble in the presence of the Lord, the doors, the gates of the heavens are open for him. ਪੜਾਂਗੇ ਆਪਾਂ 2 Chronicles chapter 7 verse 14 ਦੇਖਾਂਗੇ। We're going to read 2 Chronicles chapter 7 verse 14. ਇਹ ਵਰਸ ਜਿਹੜਾ ਹੈਗਾ ਬੜਾ ਹੀ ਫੇਮਸ ਵਰਸ ਹੈਗਾ, ਸਾਰਿਆਂ ਨੂੰ ਸ਼ਾਇਦ ਮੂੰਹ ਜ਼ਬਾਨੀ ਵੀ ਯਾਦ And this ਹੋਵੇ। is a very famous verse. Probably everybody remembers it very well. ਲੇਕਿਨ ਆਓ ਦੇਖਾਂਗੇ ਪੰਜਾਬੀ ਦੇ ਵਿੱਚ ਕੀ When ਲਿਖਿਆ we're ਹੈ। going to see, but in Punjabi what it says, 2 Chronicles chapter 7 verse 14. ਹਾਂਜੀ। ਜੀ ਹਾਂ। ਅਤੇ ਜੇਕਰ ਉਹ ਪਛਤਾਵਾ ਕਰਨ ਅਤੇ ਬੁਰਾਈ ਛੱਡ ਕੇ ਮੇਰੇ ਅੱਗੇ ਪ੍ਰਾਰਥਨਾ ਕਰਨ ਤਾਂ ਮੈਂ ਸਵਰਗ ਵਿੱਚ ਇਹਨਾਂ ਦੀ ਪ੍ਰਾਰਥਨਾ ਸੁਣਾਂਗਾ ਅਤੇ ਇਹਨਾਂ ਦੇ ਪਾਪ ਮਾਫ ਕਰਕੇ ਇਹਨਾਂ ਦੀ ਧਰਤੀ ਨੂੰ ਫਿਰ ਅਸੀਸਤ ਕਰਾਂਗਾ। Hallelujah. ਜੇ ਇਨਸਾਨ ਝੁਕ ਜਾਵੇ, ਜੇ ਮੇਰੇ ਲੋਕ ਝੁਕ ਜਾਣ, ਤੌਬਾ ਕਰਨ, ਤਦ ਮੈਂ ਸਵਰਗਾਂ ਤੋਂ ਉਹਨਾਂ ਦੀ ਪੁਕਾਰ ਨੂੰ ਸੁਣਾਂਗਾ ਤੇ ਬਰਕਤ ਦੇਵਾਂਗਾ। It says, if my people who are called by my name will humble themselves and pray and seek my face, and I will hear it in heaven and bless them. ਕੱਲੀ ਤੌਬਾ ਕਰਨ ਦੇ ਬਾਰੇ ਨਹੀਂ ਲਿਖਿਆ ਹੋਇਆ, It doesn't only ਝੁਕਣ ਦੇ ਬਾਰੇ ਲਿਖਿਆ ਹੋਇਆ, ਹੰਬਲ ਹੋਣ ਦੇ ਬਾਰੇ ਲਿਖਿਆ It ਹੋਇਆ। doesn't only says to ask for forgiveness, it also says to be humble and then pray. ਮਾਫੀ ਤਾਂ ਮੰਗ ਸਕਦੇ ਹੋ ਤੁਸੀਂ, ਰਿਪੈਂਟ ਹੋ ਸਕਦੇ ਹੋ, ਮਾਫੀ ਮੰਗ ਲਈ, ਤੌਬਾ ਮੰਗ ਲਈ, ਪਰਮੇਸ਼ਰ ਤੋਂ ਪਾਪਾਂ ਦੀ ਮਾਫੀ ਮੰਗ ਲਈ, ਲੇਕਿਨ ਵਚਨ ਕਹਿੰਦਾ ਜਿਹੜਾ ਇਨਸਾਨ ਝੁਕ ਜਾਂਦਾ ਆ, ਜਿਹਦਾ ਰਵੱਈਆ ਬਦਲ ਜਾਂਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਹੰਬਲਨੈਸ ਵਿੱਚ ਤੁਰਦਾ ਆ, ਉਹਦੀ ਦੁਆ, ਉਹਦੀ ਪੁਕਾਰ ਸੁਣੀ ਜਾਂਦੀ ਹੈ And ਪਰਮੇਸ਼ਰ। yes, we can ask for forgiveness, we can come to the Lord and ask for forgiveness and everything, that's fine. But the word says that the person who humbles himself, who is a changed person, and that person's humbleness comes in and knocks the door and his prayers are heard. ਪੜਾਂਗੇ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ And we're going to read another word. Psalm chapter 51 verse 17 ਦੇਖਾਂਗੇ। And we're going to read book of Psalms chapter 51 verse 17 as well. ਕਿਹੜੀ ਚੀਜ਼ ਪਰਮੇਸ਼ਰ ਪਸੰਦ ਕਰਦਾ ਹੈ? What is a thing that God likes? ਐਸਾ ਦਿਲ ਜਿਹੜਾ ਹਲੀਮ ਦਿਲ ਹੋਵੇ।
heart that is a humble heart. ਕਿੰਨਾ ਕੁ ਹਲੀਮ ਦਿਲ ਹੈ ਤੁਹਾਡਾ? What do you think? Are you a man of a humble heart? ਜਦੋਂ ਤੁਸੀਂ ਆਪਣੇ ਬੌਸ ਨਾਲ ਗੱਲਬਾਤ ਕਰਦੇ ਹੋ ਉਦੋਂ ਤੁਹਾਡਾ ਰਵੱਈਆ ਕਿੱਦਾਂ ਹੁੰਦਾ ਆ? ਜਦੋਂ ਤੁਸੀਂ ਆਪਣੇ ਮਾਂ-ਬਾਪ ਨਾਲ ਗੱਲਬਾਤ ਕਰਦੇ ਹੋ, ਭੈਣ ਭਰਾਵਾਂ ਨਾਲ ਗੱਲਬਾਤ ਕਰਦੇ ਹੋ, ਤੁਹਾਡਾ ਰਵੱਈਆ ਕਿੱਦਾਂ ਹੁੰਦਾ ਆ? ਬੱਚਿਆਂ ਨਾਲ ਗੱਲਬਾਤ ਕਰਦੇ ਹੋ, ਤੁਹਾਡਾ ਰਵੱਈਆ ਕਿੱਦਾਂ ਹੁੰਦਾ? ਬਾਹਰਲੇ ਲੋਕ ਜਿਹਨਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ ਗੇ, ਫੋਨ ਤੇ ਲੱਗੇ ਹੋਏ ਹੋ ਕਿਸੇ ਦੇ ਨਾਲ ਗੱਲਬਾਤ ਕਰਦੇ ਹੋ, ਉਦੋਂ ਤੁਹਾਡਾ ਰਵੱਈਆ ਕਿਸ ਤਰ੍ਹਾਂ ਹੁੰਦਾ ਆ? ਕੀ ਤੁਸੀਂ ਵਾਕਈ ਜੈਨੂਅਲੀ humble ਹੋ? And when you are talking to your family, you're talking to your parents, your children, or the people outside, even when you don't even know, when you're talking to them, or people at work, when you're talking to the people, how are you talking? Are you being humble when you're talking to them? ਦੇਖੋ ਪ੍ਰਭੂ ਦਾ ਵਚਨ ਕੀ Let's ਕਹਿੰਦਾ? read in Psalms 51 verse 17. ਹਾਂਜੀ. ਪਰਮੇਸ਼ਰ ਦੀ ਬਲੀ ਤਾਂ ਟੁੱਟਾ ਮਨ ਹੈ। ਹੇ ਮੇਰੇ ਪਰਮੇਸ਼ਰ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਾ ਮੋੜਦਾ। ਰੱਬ ਕਦੇ ਵੀ ਮੂੰਹ ਨਹੀਂ ਮੋੜਦਾ ਟੁੱਟੇ ਦਿਲ ਦੇ ਅੱਗੇ, ਹਲੀਮ ਦਿਲ ਦੇ ਅੱਗੇ, ਨਰਮ ਦਿਲ ਦੇ ਅੱਗੇ ਰੱਬ ਕਦੇ ਵੀ ਨਹੀਂ ਮੂੰਹ ਮੋੜਦਾ, ਹਮੇਸ਼ਾ ਉਹਨੂੰ ਜਵਾਬ ਦਿੰਦਾ ਤੇ ਉਹਨੂੰ ਬਰਕਤ ਦਿੰਦਾ। And God always answers and blesses the person who has a broken spirit, broken heart, and humble heart. ਕਦੇ ਵੀ ਰੱਬ ਮੂੰਹ ਨਹੀਂ ਮੋੜੇਗਾ। Never, never God will go away from you if you are humble. ਕਿਉਂਕਿ ਉਹਦਾ ਦਿਲ ਜਿਹੜਾ ਹੈ ਉਹ ਟੁੱਟਾ ਦਿਲ ਪਰਮੇਸ਼ਰ ਦੇ ਦਿਲ ਨੂੰ ਛੂ ਜਾਂਦਾ The ਹੈ। broken spirit, broken heart touches God's heart. ਰੰਗੋ ਹੱਥ ਫੜ ਲਈ ਸੀਗੀ, She was caught red-handed, ਘੜੀਸ ਲਿਆਏ ਸੀ ਪ੍ਰਭੂ ਯਿਸੂ ਦੇ ਸਾਹਮਣੇ ਉਹਨੂੰ, and they brought her in front of the Lord Jesus. ਚੱਕ ਲਏ ਸੀਗੇ ਉਹਨਾਂ ਨੇ ਪੱਥਰ, They picked up ਪਥਰਾਓ ਕਰਨ ਵਾਸਤੇ, ਮਾਰਨ ਦੇ ਵਾਸਤੇ। and they picked up the rocks to hit her with it. ਕਹਿਣ ਲੱਗੇ ਪ੍ਰਭੂ ਯਿਸੂ ਮਸੀਹ ਜੀ ਨੂੰ, ਸਾਡੇ ਵਚਨਾਂ ਦੇ ਵਿੱਚ ਤਾਂ ਲਿਖਿਆ ਆ ਜਿਹਨੂੰ ਰੰਗੇ ਹੱਥ ਫੜ ਲਈਏ ਉਹਨੂੰ ਪਥਰਾਓ ਕਰਕੇ ਮਾਰਨਾ ਹੁੰਦਾ ਆ, ਤੁਸੀਂ ਕੀ ਆਖਦੇ ਹੋ? And they came and they asked Lord Jesus, it is written in our words that whoever you catch red-handed, you can catch them and kill them, stone them to death. What do you say, Jesus? ਪ੍ਰਭੂ ਨੇ ਆਖਿਆ ਜਿਹਨੇ ਪਾਪ ਨਾ ਕੀਤਾ ਹੋਵੇ ਉਹੀ ਪਹਿਲਾ ਪੱਥਰ ਮਾਰੇ ਇਸ ਔਰਤ ਤੇ। And Lord Jesus said, well, whoever never sinned, that person pick up the first stone and hit her. ਫਿਰ ਥੱਲੇ ਨੂੰ ਝੁੱਕ ਕੇ ਕੁਝ ਲਿਖਣ ਲੱਗੇ ਥੱਲੇ And then ਧਰਤੀ Lord ਤੇ। Jesus sat down and started to write something on the floor. ਇੱਕ ਇੱਕ ਕਰਕੇ ਸਾਰੇ ਖਿਸਕ ਗਏ, ਭੱਜ ਗਏ। One by one, everybody left. There was no crowd left. Every single person left. ਫਿਰ ਪ੍ਰਭੂ ਯਿਸੂ ਚੱਕਦੇ ਨੇ ਆਪਣੀਆਂ ਅੱਖਾਂ ਇਸ ਔਰਤ ਵੱਲ ਨੂੰ ਤੇ ਕਹਿੰਦੇ ਨੇ, ਧੀਏ ਕਿੱਥੇ ਗਏ ਜੇ ਤੈਨੂੰ ਮਾਰਨ ਵਾਸਤੇ And ਆਏ then ਸੀ, Lord- ਤੇਰੇ ਤੇ ਦੋਸ਼ ਲਾਉਣ ਵਾਸਤੇ ਆਏ ਸੀ, ਕਿੱਥੇ And then ਗਏ? Lord Jesus lifts up his eyes towards the woman and says, where are the one who were wanting to kill you? ਗਾਹਾਂ ਦੇਖੋ ਪ੍ਰਭੂ ਦਾ ਵਚਨ ਕੀ ਆਖਦਾ I'm ਹੈ। going to read what it says in the Word of God. John chapter 8 verse 10 and 11 Book ਪੜਾਂਗੇ। of John, chapter 8, verses 10 and 11, we're going to read as well. ਧਿਆਨ ਦੇ ਨਾਲ ਦੇਖੋ ਪ੍ਰਭੂ ਤੇ ਭੈਣੋ, ਇੱਕ ਨਰਮ ਦਿਲ ਵਿੱਚ, ਇੱਕ ਟੁੱਟੇ ਦਿਲ ਵਿੱਚ, ਇੱਕ ਹਲੀਮ ਦਿਲ ਵਿੱਚ ਕਿੱਡੀ ਵੱਡੀ ਸ਼ਕਤੀ ਹੈ। And we're going to see, brothers and sisters, carefully in a broken heart, a broken spirit, a humble heart, there's such a power in it. ਪਰਮੇਸ਼ਰ ਸਵਰਗ ਖੋਲ ਦਿੰਦਾ ਉਹਨਾਂ ਦੇ ਵਾਸਤੇ ਜਿਹੜੇ ਹਲੀਮੀ ਦੇ ਵਿੱਚ ਚੱਲਦੇ ਨੇ। God opens heavens for them, the ones who walk in humbleness. ਪ੍ਰਭੂ ਤੇ ਭੈਣੋ, ਘਮੰਡ ਤੁਹਾਡੇ ਨੇੜੇ ਤੇੜੇ ਵੀ ਨਾ ਆ Brothers ਸਕੇ। and sisters, make sure the pride does not come near you. ਤੁਹਾਡੀਆਂ ਸੋਚਾਂ ਦੇ ਨਾਲ ਦੀ ਘਮੰਡ ਪ੍ਰਭੂ ਤੇ ਭੈਣੋ ਲੰਘ ਵੀ ਨਾ ਸਕੇ। May the pride does not even come close to your thoughts. ਉਹਨੂੰ ਆਪਣੇ ਕੋਲ ਦੀ ਕੱਟਾ ਲੈ ਕੇ ਵੀ ਨਾ ਨਿਕਲ ਦਿਓ, So make sure it doesn't pass by you at all, ਕਿਉਂਕਿ ਉਹ ਆਪਣੇ ਕਿਸੇ ਕੰਮ ਦਾ ਨਹੀਂ। because it's useless to us. ਆਓ ਪੜੀਏ Let's read. John chapter 8 verse 10 to 11 ਜੀ। ਹਾਂਜੀ। ਯਿਸੂ ਨੇ ਫਿਰ ਆਪਣਾ ਸਿਰ ਉਤਾਂ ਚੁੱਕਿਆ ਅਤੇ ਉਸ ਔਰਤ ਨੂੰ ਕਿਹਾ, ਬੀਬੀ ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਇਆ?
ਉਸ ਔਰਤ ਨੇ ਉੱਤਰ ਦਿੱਤਾ, ਪ੍ਰਭੂ ਜੀ ਕਿਸੇ ਨੇ ਨਹੀਂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਉਂਦਾ, ਜਾ ਅੱਗੇ ਤੋਂ ਫਿਰ ਪਾਪ ਨਾ ਕਰੀ। ਪ੍ਰਭੂ ਯਿਸੂ ਕਹਿੰਦੇ ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਂਦਾ, ਜਾ ਅੱਗੇ ਤੋਂ ਪਾਪ ਨਾ ਕਰੀ। Lord Jesus says, then neither do I condemn you, Jesus declared, go now and live your life without sin. ਕਿਉਂਕਿ ਇੱਕ ਐਸੇ ਦਿਲ, ਉਹਦਾ ਦਿਲ ਟੁੱਟਿਆ ਹੋਇਆ ਸੀਗਾ, ਉਹਦਾ ਦਿਲ ਹਲੀਮ ਸੀਗਾ, ਝੁਕਿਆ ਹੋਇਆ ਸੀਗਾ। ਪ੍ਰਭੂ ਨੇ ਕਿਹਾ ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਂਦਾ, ਜਾ ਚਲੀ ਜਾ ਤੇ ਮੁੜ ਕੇ ਪਾਪ ਨਾ ਕਰੀ। Because her heart was a humble heart. She was humbled at that time, and Lord says, go and don't sin again. ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਰਾਜਾ ਸੀਗਾ, ਰਾਜਾ ਅਹਾਬ ਜੀ ਦਾ ਨਾਮ ਸੀਗਾ। And in ਪ੍ਰਭੂ ਦੇ ਬਣੋ ਪਹਿਲਾ ਰਾਜਾ ਚੈਪਟਰ 21 ਦੇ ਵਿੱਚ ਜ਼ਬਰਦਸਤ ਕਹਾਣੀ ਲਿਖੀ ਗਈ ਉਹਦੇ ਬਾਰੇ। And in the Word of God, brothers and sisters, there's a story on a king Ahab, and there's a powerful story in 1 King chapter 21 in there. ਪਰਮੇਸ਼ਵਰ ਦਾ ਵਚਨ ਏਲਾਈਜਾ ਨੂੰ ਆਉਂਦਾ ਹੈ ਤੇ ਏਲਾਈਜਾ ਜਾ ਕੇ ਇਸ ਰਾਜੇ ਨੂੰ ਦੱਸਦਾ ਆ, ਅਹਾਬ ਨੂੰ ਕਹਿੰਦਾ ਆ ਜਾ ਕੇ ਵੀ ਤੂੰ ਪਾਪ ਕੀਤਾ, ਤੂੰ ਰੱਬ ਦੇ ਖਿਲਾਫ ਗੁਨਾਹ ਕੀਤਾ ਤੇ ਹੁਣ ਰੱਬ ਨੇ ਤੇਰਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ ਤੇ ਤੇਰੀ ਸੈਨਾ ਦਾ ਵੀ ਨਾਮੋ ਨਿਸ਼ਾਨ ਮਿਟਾ ਦੇਣਾ ਹੈ। And the word of God comes to Elijah, and Elijah goes to him and he says, you have sinned and your people have sinned, and now God is going to destroy you completely. ਜਦੋਂ ਰਾਜਾ ਅਹਾਬ ਏਲਾਈਜਾ ਦੀ ਗੱਲ ਨੂੰ ਸੁਣਦਾ ਆ, And when the King Ahab listens to the voice of Elijah, ਉਹ ਇੱਕਦਮ ਰਿਐਕਟ ਕਰਦਾ ਆ। and he reacts right away. ਉਹਦਾ ਜਿਹੜਾ ਰਿਐਕਸ਼ਨ ਸੀਗਾ ਉਹ ਰੂਹ 'ਚ ਹੁੰਦਾ ਆ। And his reaction was like spiritual in a way. ਜਾਣੀ ਕਿ ਹੁਣ ਐਸਾ ਇਨਸਾਨ, ਐਸਾ ਰਾਜਾ ਜਿਹਨੇ ਇੰਨੇ ਗਲਤ ਕੰਮ ਕੀਤੇ ਹੋਣ, ਐਡੇ ਵੱਡੇ ਪਾਪ ਕੀਤੇ ਹੋਣ ਪਰਮੇਸ਼ਰ ਦੇ ਸਾਹਮਣੇ, ਤੇ ਪਰਮੇਸ਼ਰ ਦਾ ਹੁਕਮ ਆ ਗਿਆ ਹੋਵੇ ਉੱਪਰੋਂ ਵੀ ਤੇਰਾ ਕੰਮ ਖਤਮ ਹੋਣ ਜਾ ਰਿਹਾ ਹੈ ਭਾਈ, ਤੇਰਾ ਤੇ ਤੇਰੀ ਸੈਨਾ ਦਾ ਕੰਮ ਖਤਮ ਹੋਣ ਜਾ ਰਿਹਾ ਆ, ਲੇਕਿਨ ਅਚਾਨਕ ਹੀ, ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਪਵਿੱਤਰ ਆਤਮਾ ਨੇ ਕੰਮ ਕੀਤੇ ਨੇ ਇਹ, ਇੱਕਦਮ ਉਹ ਰਾਜਾ ਕਿਸ ਤਰ੍ਹਾਂ ਰਿਐਕਟ ਕਰਦਾ ਆ ਏਲਾਈਜਾ ਦੇ ਜਵਾਬ ਦੇ ਸਾਹਮਣੇ ਬਚਨ ਚ ਪੜਾ। And at that time, when Elijah said that king reacts in a certain way that I don't know how. I think the Holy Spirit did that he started to cry, and all that reaction that he did. We're going to read that in the Word of God. आओ देखिए पहला राजा चैप्टर 21 वर्स 27 दिखाएंगे। And we're going to see 1 King chapter 21 verse 27. ਹਾਂਜੀ। ਅਹਾਬ ਨੇ ਏਲੀਆ ਨਬੀ ਦੀਆਂ ਇਹ ਗੱਲਾਂ ਸੁਣਦੇ ਸਾਰ ਹੀ ਆਪਣੇ ਕੱਪੜੇ ਪਾੜ ਸੁੱਟੇ ਅਤੇ ਉਹਨਾਂ ਦੀ ਥਾਂ ਟਾਟ ਪਹਿਨ ਲਿਆ। ਉਸ ਨੇ ਭੋਜਨ ਅਤੇ ਸੌਣਾ ਛੱਡ ਦਿੱਤਾ। ਉਹ ਵਰਤ ਰੱਖ ਕੇ ਦੁਖੀ ਹਾਲਤ ਵਿੱਚ ਹੌਲੀ-ਹੌਲੀ ਚੱਲਣ ਫਿਰਨ ਲੱਗਾ। ਭੋਜਨ ਵੀ ਛੱਡਦਾ ਤੇ ਸੌਣਾ ਵੀ ਛੱਡਦਾ। ਕਦੇ ਦੇਖਿਆ ਆਪਾਂ ਬਾਈਬਲ ਦੇ ਵਿੱਚ ਕਿਸੇ ਨੇ ਸੌਣਾ ਛੱਡਿਆ ਹੋਵੇ? ਹੈ ਜ਼ਬਰਦਸਤ ਕੰਮ ਕੀਤਾ ਪਵਿੱਤਰ ਆਤਮਾ ਨੇ। He fasted, he was not eating, he was not even sleeping. Have you ever seen that? The Holy Spirit did amazing work here at this moment. ਆਪਣੇ ਦਿਲ ਨੂੰ ਇੰਨਾ ਹਲੀਮ ਕਰ ਲਿਆ, ਇੰਨਾ ਝੁਕਾ ਲਿਆ, ਟਾਟ ਪਹਿਨ ਲੈ ਰਾਜੇ ਨੇ, ਮਿੱਟੀ ਦੇ ਵਿੱਚ ਬਹਿ ਗਿਆ ਆ ਕੇ, ਨਾ ਖਾਵੇ ਕੁਛ, ਨਾ ਪੀਵੇ ਕੁਛ, ਨਾ ਸੋਵੇ, ਰੋਈ ਜਾਵੇ ਪਰਮੇਸ਼ਰ ਦੇ ਅੱਗੇ। He humbled himself to such an extent that he stopped eating or drinking. He was wearing a sackcloth and he was just crying in front of the Lord. ਮੇਰਾ ਖਿਆਲ ਹੈ ਕਿ ਸ਼ਾਇਦ ਇੱਕ ਅੱਧਾ ਦਿਨ ਹੀ ਗੁਜ਼ਰਿਆ ਹੋਏਗਾ। And I believe maybe only a day or two only passed. ਏਲਾਈਆ ਅਗਲੇ ਦਿਨ ਨੂੰ ਸ਼ਾਇਦ ਸਵੇਰੇ ਉੱਠ ਕੇ ਬ੍ਰੇਕਫਾਸਟ ਵਗੈਰਾ ਕਰਕੇ ਜਾ ਰਿਹਾ ਸੀ, ਪਿੰਡੋਂ ਬਾਹਰ ਨਿਕਲ ਰਿਹਾ ਸੀ ਵੀ ਚਲੋ ਮੈਂ ਆਪਣਾ ਕੰਮ ਕਰ ਲਿਆ ਜਿਹੜਾ ਮੈਨੂੰ ਰੱਬ ਨੇ ਭੇਜਿਆ ਸੀ, ਹੁਣ ਮੈਂ ਚੱਲਦਾ ਹਾਂ। And maybe Elijah woke up in the morning, eaten and everything, and he was leaving the city now. He probably said, well, I've done whatever God told me to do. verse 28 ਦੇ ਵਿੱਚ ਰੱਬ ਦੀ ਆਵਾਜ਼ ਆਉਂਦੀ ਹੈ ਏਲਾਈਆ ਨੂੰ। And in verse 28, Elijah hears God's voice. ਟੈਲੀਗ੍ਰਾਮ ਆਉਂਦੀ ਹੈ ਏਲਾਈਆ ਨੂੰ ਰੱਬ ਵੱਲੋਂ ਸਿੱਧਾ। And telegram is received by Elijah from God directly. ਰੱਬ ਕਹਿੰਦਾ ਹੈ ਉੱਪਰੋਂ ਏਲਾਈਆ ਨੂੰ, ਓਏ ਏਲਾਈਆ ਆ ਦੇਖਿਆ ਤੂੰ ਰਾਜੇ ਅਹਾਬ ਨੇ ਕੀ ਕੀਤਾ? He says, God says to Elijah, have you seen what the king Ahab has done?
आओ पढ़िए वर्स And 28। let's read the verse 28 as well. 1 King 21:28. ਹਾਂਜੀ। ਤਦ ਪ੍ਰਭੂ ਨੇ ਏਲੀਆ ਨਬੀ ਨੂੰ ਕਿਹਾ, ਕੀ ਤੂੰ ਦੇਖਿਆ ਹੈ ਕਿ ਅਹਾਬ ਨੇ ਆਪਣੇ ਆਪ ਨੂੰ ਮੇਰੇ ਸਾਹਮਣੇ ਕਿਸ ਤਰ੍ਹਾਂ ਨੀਵਾਂ ਕੀਤਾ ਹੈ? ਉਸ ਦੇ ਇਸ ਤਰ੍ਹਾਂ ਕਰਨ ਕਾਰਨ ਮੈਂ ਜੋ ਤਬਾਹੀ ਉਸ ਦੇ ਟੱਬਰ ਉੱਤੇ ਲਿਆਉਣ ਵਾਲਾ ਸਾਂ, ਹੁਣ ਉਸ ਦੇ ਜਿਉਂਦੇ ਜੀ ਨਹੀਂ ਲਿਆਵਾਂਗਾ, ਸਗੋਂ ਉਸ ਦੇ ਪੁੱਤਰ ਦੇ ਸਮੇਂ ਵਿੱਚ ਲਿਆਵਾਂਗਾ। ਰੱਬ ਦਾ ਦਿਲ ਦੇਖੋ ਕਿੰਨਾ ਨਰਮ ਆ ਪ੍ਰਭੂ ਦੇ ਪਿਆਰੇ। God's heart is so soft, brothers and sisters. ਸਾਰੀ ਉਮਰ ਉਹਨੇ ਗਲਤੀਆਂ ਕੀਤੀਆਂ, ਸਾਰੀ ਉਮਰ ਉਹਨੇ ਪਾਪ ਕੀਤੇ, ਲੇਕਿਨ ਇੱਕ ਦਿਨ ਅਹਾਬ ਥੱਲੇ ਪੈ ਗਿਆ ਮਿੱਟੀ ਦੇ ਵਿੱਚ ਤੇ ਰੋ ਕੇ ਫਾਸਟਿੰਗ ਕਰਕੇ ਨਾ ਸੌਂ ਕੇ ਪਰਮੇਸ਼ਰ ਦੇ ਅੱਗੇ ਰੋਣ ਲੱਗਿਆ ਤਾਂ ਆਪਣੇ ਦਿਲ ਨੂੰ ਝੁਕਾਇਆ। ਰੱਬ ਏਲਾਈਜਾ ਨੂੰ ਕਹਿੰਦਾ ਆ ਦੇਖਿਆ ਤੂੰ ਰਾਜੇ ਅਹਾਬ ਨੇ ਕਿੱਦਾਂ ਆਪਣੇ ਆਪ ਨੂੰ ਹੰਬਲ ਕੀਤਾ ਤੇ ਮੇਰੇ ਸਾਹਮਣੇ ਝੁਕਿਆ। And the king Ahab did bad things all his life. He did so much destruction and evil things all his life. But that one day, he humbled himself. He fasted, he cried, he didn't sleep, all that. And then God himself tells Elijah, did you see what he did? He humbled himself in front of me. ਮਨ ਵੀ ਬਣਾ ਲਿਆ ਰੱਬ ਨੇ, ਤਾਂ ਕਰਕੇ ਏਲਾਈਜਾ ਮੈਂ ਹੁਣ ਜਿਹੜੀ ਬੁਰਾਈ ਲੈ ਕੇ ਆਣੀ ਸੀ ਨਾ ਇਹਦੇ ਉੱਤੇ, ਹੁਣ ਮੇਰੇ ਉੱਤੇ ਨਹੀਂ ਲੈ ਕੇ ਆਵਾਂਗਾ, ਬਲਕਿ ਗਾਹਾਂ ਜਾ ਕੇ ਲੈ ਕੇ ਆਵਾਂਗੇ, ਇਹਦੇ ਉੱਤੇ ਨਹੀਂ ਲਿਆਵਾਂਗਾ। Right away, ਰੱਬ ਨੂੰ ਭਾ ਗਿਆ ਬਈ ਉਹ ਮੁੰਡਾ। right away, God made up his mind that now all that destruction and punishment I was going to bring on him is not, it's cancelled. I'm not bringing all that him. God's heart, he touched God's heart by his humbleness. ਜਾਣੀ ਕਿ ਜਦੋਂ ਹਲੀਮੀ 'ਚ ਕੋਈ ਇਨਸਾਨ ਚੱਲਦਾ ਹੈ ਨਾ, ਜਦੋਂ ਪੈਰ ਰੱਖਦਾ ਨਾ, ਧਰਤੀ ਤਾਂ ਕੰਬਦੀ ਹੈ, ਨਾਲ ਸਵਰਗ ਵੀ ਹਿਲਦਾ ਪ੍ਰਭੂ ਦੇ And when somebody walks on this earth humbly, brothers and sisters, this earth and heavens are shaken because the person gets humble. ਆਓ ਵਰਸ 29 ਵੀ ਪੜ੍ਹ And ਲਈਏ। we're gonna read verse 29 as well. Again, 1 King 21:29 as well. ਹਾਂਜੀ, again. ਕੀ ਤੂੰ ਦੇਖਿਆ ਹੈ ਕਿ ਅਹਾਬ ਨੇ ਆਪਣੇ ਆਪ ਨੂੰ ਮੇਰੇ ਸਾਹਮਣੇ ਕਿਸ ਤਰ੍ਹਾਂ ਨੀਵਾਂ ਕੀਤਾ ਹੈ? ਉਸ ਦੇ ਇਸ ਤਰ੍ਹਾਂ ਕਾਰਨ ਮੈਂ ਜੋ ਤਬਾਹੀ ਉਸ ਦੇ ਟੱਬਰ ਉੱਤੇ ਲਿਆਉਣ ਵਾਲਾ ਸਾਂ, ਹੁਣ ਉਸ ਦੇ ਜਿਉਂਦੇ ਜੀ ਨਹੀਂ ਲਿਆਵਾਂਗਾ, ਸਗੋਂ ਉਸ ਦੇ ਪੁੱਤਰ ਦੇ ਸਮੇਂ ਵਿੱਚ ਲਿਆਵਾਂਗਾ। ਤਿੰਨ ਚੀਜ਼ਾਂ ਨੇ ਪ੍ਰਭੂ ਤੇ ਪੈਣੀਆਂ ਜਿਹੜੀਆਂ ਸਵਰਗ ਦੇ ਵਿੱਚ ਰੱਬ ਦੇ ਦਿਲ ਨੂੰ ਜਾ ਕੇ And there ਲੱਗਦੀਆਂ are three things, brothers and sisters, that go directly to God and he hears it. ਨੇ। ਇਨਸਾਨ ਦੀ ਪ੍ਰੇਅਰ ਇਨਸਾਨ ਦਾ ਦੇਣਾ ਹੈ। And people's prayers and their givings. ਦੂਸਰੇ ਨੰਬਰ ਤੇ ਇਨਸਾਨ ਦਾ ਘਮੰਡ। Number 2, pride knocks his door right away. ਤੀਸਰੇ ਨੰਬਰ ਤੇ ਇਨਸਾਨ ਦੀ ਹਲੀਮੀ। And the third is people's humbleness. ਸੰਤ ਲੂਕਾਸ ਦੇ ਵਿੱਚ 18ਵੇਂ ਚੈਪਟਰ ਦੇ ਵਿੱਚ ਉਹਦੇ 13ਵੇਂ ਵਰਸ ਦੇ ਵਿੱਚ ਇੱਕ ਕਹਾਣੀ ਹੈ। And in book of Luke chapter 18 verse 13, there is a story. ਕਿ ਉੱਥੇ ਪ੍ਰਭੂ ਯਿਸੂ ਮਸੀਹ ਜੀ ਐਗਜ਼ਾਮਪਲ ਦਿੰਦੇ ਨੇ ਕਿ ਇੱਕ ਬੰਦਾ ਆ ਕੇ ਉੱਚੀ ਉੱਚੀ ਦੁਆ ਕਰਨ ਲੱਗਿਆ ਪਰਮੇਸ਼ਰ ਦੇ ਸਾਹਮਣੇ ਕਿ ਪ੍ਰਭੂ ਜੀ ਮੈਂ ਧੰਨਵਾਦ ਕਰਦਾ ਤੇਰਾ, ਕਿਉਂਕਿ ਮੈਂ ਉਹਦੇ ਵਰਗਾ ਵੀ ਨਹੀਂਗਾ, ਮੈਂ ਫਲਾਣੇ ਵਰਗਾ ਵੀ ਨਹੀਂਗਾ, ਮੈਂ ਉਹਦੇ ਵਰਗਾ ਵੀ ਨਹੀਂਗਾ, ਮੈਂ ਫਲਾਨੀ ਵਰਗਾ ਵੀ ਨਹੀਂਗਾ, ਮੈਂ ਇੱਦਾਂ ਦਾ, ਮੈਂ ਉੱਦਾਂ ਦਾ। ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਫੇਰ ਕਹਿੰਦਾ ਇੱਕ ਟੈਕਸ ਕਲੈਕਟਰ ਯਾਨੀ ਕਿ ਟੈਕਸ ਲੈਣ ਵਾਲਾ ਆ ਗਿਆ, ਗੋਡੀਆਂ ਲਾ ਕੇ ਪ੍ਰਾਰਥਨਾ ਕਰਨ ਲੱਗਿਆ ਤੇ ਉਹਦੇ ਮੂੰਹ ਚੋਂ ਇੱਕ ਗੱਲ ਵੀ ਨਹੀਂ ਨਿਕਲੀ, ਬਲਕਿ ਉਹ ਆਪਣੀ ਛਾਤੀ ਪਿੱਟ ਪਿੱਟ ਕੇ ਰੋ ਰਿਹਾ ਸੀ ਤੇ ਪ੍ਰਭੂ ਨੂੰ ਕਹਿ ਰਿਹਾ ਸੀਗਾ ਮੈਂ ਪਾਪੀ ਇਨਸਾਨ ਆ, ਪ੍ਰਭੂ ਮੇਰੇ ਤੇ ਕਿਰਪਾ ਕਰ। And we see in the word of God, there was one person who came in front of Lord Jesus and he started to say, I want to give thanks to the Lord because I am not like so and so person, I'm not like the other person, I'm not like my neighbors, I'm not like here and there. And then the word says that a tax collector came, he just started to cry in front of the Lord. He says, Lord, I am a sinner, forgive me. Luke chapter 18 verse 13 ਦੇਖੋ। Let's read book of Luke chapter 18 verse 13. ਹਾਂਜੀ। ਪਰ ਟੈਕਸ ਲੈਣ ਵਾਲਾ ਦੂਰ ਹੀ ਖੜਾ ਰਿਹਾ, ਉਸ ਨੂੰ ਤਾਂ ਆਕਾਸ਼ ਵੱਲ ਆਪਣੀਆਂ ਅੱਖਾਂ ਚੁੱਕਣ ਦਾ ਹੌਸਲਾ ਵੀ ਨਾ ਹੋਇਆ। ਉਸ ਨੇ ਆਪਣੀ ਛਾਤੀ ਪਿੱਟਦੇ ਹੋਏ ਇਹ ਪ੍ਰਾਰਥਨਾ ਕੀਤੀ, ਹੇ ਪਰਮੇਸ਼ਵਰ, ਮੈਂ ਪਾਪੀ ਮਨੁੱਖ ਹਾਂ, ਮੇਰੇ ਤੇ ਦਇਆ ਕਰ। ਅਗਲਾ ਵਰਸ ਵੀ ਦੇਖ ਲਓ। Let's read 14 as well. ਹਾਂਜੀ।
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਟੈਕਸ ਲੈਣ ਵਾਲਾ ਹੀ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਮਨਜ਼ੂਰ ਹੋਇਆ ਅਤੇ ਆਪਣੇ ਪਾਪਾਂ ਤੋਂ ਮਾਫੀ ਪਾ ਕੇ ਘਰ ਗਿਆ। ਉਹ ਫਰੀਸੀ ਨਹੀਂ। ਇਸ ਤਰ੍ਹਾਂ ਉਹ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਾਂ ਕੀਤਾ ਜਾਵੇਗਾ, ਪਰ ਉਹ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ। ਹਾਲੇਲੂਇਆ। Hallelujah. ਕਿੱਡੀ ਵੱਡੀ ਬਰਕਤ ਆ ਪ੍ਰਭੂ ਤੇ ਭੈਣੋ ਜਦੋਂ ਕੋਈ ਇਨਸਾਨ ਇਸ ਵਚਨ ਨੂੰ ਸਮਝ And ਲੈਂਦਾ। such a blessing, brothers and sisters, when somebody understands this word of God, that for all those who exalt themselves will be humbled, and those who humble themselves will be exalted. ਆਖਿਰ ਦੇ ਵਿੱਚ ਮੈਂ ਤੁਹਾਨੂੰ ਲੂਕ ਚੈਪਟਰ 21 ਵਰਸ 36 ਪੜਾਵਾਂਗਾ। And one more verse we're going to read, Luke 21 verse 36 as well. ਇਹਦੇ ਵਿੱਚ ਆਪਾਂ ਨੂੰ ਆਪਣਾ ਕੰਕਲੂਜਨ ਮਿਲੇਗਾ ਕਿ ਆਪਾਂ ਨੂੰ ਕਰਨਾ ਕੀ And we ਚਾਹੀਦਾ। will get our conclusion in here and to see, okay, what do we have to do now? ਜੇ ਕਿਸੇ ਚੀਜ਼ ਦੀ ਤੁਹਾਨੂੰ ਲੋੜ ਪਵੇਗੀ ਪ੍ਰਭੂ ਤੇ ਭੈਣੋ, ਉਹ ਪਰਮੇਸ਼ਰ ਦੀ ਕਿਰਪਾ ਤੇ ਦਇਆ ਦੀ ਪਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ, ਤੇ ਉਹ ਪਰਮੇਸ਼ਰ ਦੀ ਕਿਰਪਾ ਤੇ ਦੁਆ ਜਿਹੜੀ ਹੈ ਦਇਆ ਆ, ਉਹ ਪ੍ਰਭੂ ਤੇ ਭੈਣੋ ਆਪਣੀਆਂ ਪ੍ਰੇਰਾਂ ਜਾਂ ਆਪਣੀ ਫਾਸਟਿੰਗ ਕਰਕੇ ਨਹੀਂ ਆਣੀ, ਬਲਕਿ ਆਪਣੇ ਹਲੀਮੀ ਦੇ ਵਿੱਚ ਚੱਲਣ ਦੇ ਨਾਲ ਆਪਣੇ ਉੱਤੇ ਆਵੇਗੀ। And brothers and sisters, the one thing that you will need now is His grace and mercy, and that you will receive not because of your prayers and fasting, but because of your humbleness. ਆਓ ਪੜਾਂਗੇ ਲੂਕ ਚੈਪਟਰ 21 ਵਰਸ Let's 36। read Luke 21:36. ਹਾਂਜੀ। ਤੁਸੀਂ ਹਰ ਵੇਲੇ ਚੌਕਸ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਇਹਨਾਂ ਆਉਣ ਵਾਲੀਆਂ ਸਭ ਵਿਪਤਾਵਾਂ ਤੋਂ ਬਚਣ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋਣ ਦੀ ਸ਼ਕਤੀ ਰੱਖ ਸਕੋ। ਇੰਗਲਿਸ਼ ਵਿੱਚ ਪੜਾਂਗੇ। And it says, be always on the watch and pray that you may be able to escape all that is about to happen, and that you may be able to stand before the Son of Man. ਇੱਕੋ ਹੀ ਤਰੀਕਾ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ escape ਕਰਨਾ, ਬਚ ਕੇ ਨਿਕਲਣਾ, ਜੇ ਪਰਮੇਸ਼ਰ ਦੀ ਕਿਰਪਾ ਆਪਣੇ ਉੱਤੇ ਹੋਵੇ। And there's only one way. ਜੇ ਆਪਾਂ ਹਲੀਮੀ ਦੇ ਵਿੱਚ ਚੱਲਾਂਗੇ, ਨਰਮਤਾ ਦੇ ਵਿੱਚ ਚੱਲਾਂਗੇ, ਨਰਮ ਦਿਲ ਦੇ ਨਾਲ ਵਧਾਂਗੇ, ਆਪਾਂ ਇਹ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਅੱਗੇ ਵੱਧ ਸਕਾਂਗੇ ਭੈਣ। And there's only one way, brothers and sisters, to escape all these troubled times, escape everything. It's through His grace and mercy, and that we can only do if we walk in humbleness. ਕੁਝ ਵੀ ਸ਼ੁਰੂ ਕਰਨਾ ਸੌਖਾ ਹੁੰਦਾ ਆ, ਲੇਕਿਨ ਧੰਨ ਉਹ ਨੇ ਜਿਨ੍ਹਾਂ ਨੂੰ ਖਤਮ ਕਰਨਾ ਵੀ ਆਂਦਾ ਆ। And it is ਧੰਨ ਉਹ ਨੇ ਜਿਹੜੇ ਪੂਰੇ ਕਰ ਸਕਦੇ ਨੇ, ਤੇ ਪੂਰਾ ਕਰਨ ਦੇ ਵਾਸਤੇ ਪਰਮੇਸ਼ਰ ਦੀ ਕਿਰਪਾ ਤੇ ਦਇਆ ਤੋਂ ਬਿਨਾ ਕੋਈ ਵੀ ਕੁਝ ਪੂਰਾ ਨਹੀਂ ਕਰ ਸਕਦਾ। And it is very easy to start something, brothers and sisters, but blessed are those who are able to finish it as well. But it's so hard or impossible almost to finish it without God's grace and mercy. ਪਰਮੇਸ਼ਰ ਤੁਹਾਨੂੰ ਬਹੁਤ May ਬਰਕਤ God bless you all abundantly, brothers and sisters. Amen.